Hello students, our topic for today is one word for many. One word for many ਨੂੰ ਤੁਸੀਂ one word substitution ਵੀ ਕਹਿ ਸਕਦੇ ਹੋ। ਇਸ ਦੇ ਵਿੱਚ you will be given a sentence ਤੇ ਤੁਸੀਂ ਉਸ ਦਾ ਇੱਕ word ਦੱਸਣਾ ਹੋਏਗਾ, one word ਦੱਸਣਾ ਹੋਏਗਾ। ਜਿਵੇਂ ਤੁਸੀਂ ਪੰਜਾਬੀ ਵਿੱਚ ਕਰਦੇ ਹੋ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ। ਤਾਂ ਆਪਾਂ ਸ਼ੁਰੂ ਕਰਾਂਗੇ। ਪਹਿਲਾ ਹੈ something that can be heard, ਜਿਸ ਨੂੰ ਸੁਣਿਆ ਜਾ ਸਕੇ। ਉਸ ਨੂੰ ਕਹਿੰਦੇ ਨੇ audible। Something written by an unknown person, ਕੋਈ ਅਜਿਹੀ ਚੀਜ਼ ਚਾਹੇ ਉਹ ਕਵਿਤਾ ਹੈ, ਕੋਈ ਲੇਖ ਹੈ, ਜਿਸ ਦੇ ਲੇਖਕ ਬਾਰੇ ਆਪਾਂ ਨੂੰ ਪਤਾ ਨਾ ਹੋਵੇ, ਉਸ ਨੂੰ ਕਹਿੰਦੇ ਨੇ anonymous। A written declaration made on oath in the presence of a magistrate or a government official, ਕੋਈ ਵੀ ਲਿਖਤੀ ਹਲਫਨਾਮਾ ਜਿਹੜਾ ਕਿ ਕਿਸੇ ਮੈਜਿਸਟ੍ਰੇਟ ਜਾਂ ਕੋਈ ਵੀ ਸਰਕਾਰੀ ਅਫਸਰ ਦੀ ਮੌਜੂਦਗੀ ਦੇ ਵਿੱਚ ਲਿਖਿਆ ਜਾਂਦਾ ਹੈ, ਜਿਸ ਨੂੰ ਆਪਾਂ ਪੰਜਾਬੀ ਵਿੱਚ ਹਲਫੀਆ ਬਿਆਨ ਵੀ ਕਹਿ ਦਿੰਦੇ ਹਾਂ। ਉਸ ਦੇ ਲਈ ਇੰਗਲਿਸ਼ ਵਿੱਚ one word ਹੈ affidavit। One who doesn't believe in God, ਜਿਹੜਾ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦਾ, ਉਸ ਨੂੰ ਕੀ ਕਹਿੰਦੇ ਹਨ? atheist। A government by one person or one party, ਅਜਿਹੀ ਸਰਕਾਰ ਜਿਸ ਨੂੰ ਇੱਕ ਬੰਦਾ ਜਾਂ ਇੱਕ ਪਾਰਟੀ ਚਲਾਉਂਦੀ ਹੈ, ਉਸ ਨੂੰ ਕਹਿੰਦੇ ਨੇ autocracy। A word opposite in meaning, ਇੱਕ ਸ਼ਬਦ ਜਿਹੜਾ ਕਿ ਅਰਥ meaning ਦੇ ਵਿੱਚ ਜਿਸ ਦਾ ਮਤਲਬ ਅਰਥ ਹੈ ਉਹ ਉਲਟਾ ਹੁੰਦਾ ਹੈ, ਉਹਨੂੰ antonym ਕਹਿੰਦੇ ਨੇ। Life story of a person written by himself, ਕੋਈ ਵੀ ਇਨਸਾਨ ਜਿਹੜਾ ਕਿ ਆਪਣੀ ਜੀਵਨੀ ਆਪ ਲਿਖਦਾ ਹੈ, ਉਸ ਨੂੰ ਕਹਿੰਦੇ ਨੇ autobiography। Medicine to counteract the effect of poison, poison means ਜ਼ਹਿਰ, ਜ਼ਹਿਰ ਦੇ ਅਸਰ ਨੂੰ ਖਤਮ ਕਰਨ ਵਾਸਤੇ ਜਿਹੜੀ ਦਵਾਈ ਲਈ ਜਾਂਦੀ ਹੈ, ਉਸ ਨੂੰ ਕਹਿੰਦੇ ਨੇ antidote। Representative of government with full authority, government ਦਾ ਕੋਈ ਅਜਿਹਾ representative ਜਿਸ ਨੂੰ ਪੂਰੀ authority ਦਿੱਤੀ ਜਾਂਦੀ ਹੈ, ਉਸ ਨੂੰ ambassador ਕਹਿੰਦੇ ਹੈ। The government of our state, a word the meaning of which is not clear, ਅਜਿਹਾ ਸ਼ਬਦ ਜਿਸ ਦਾ ਅਰਥ ਕਲੀਅਰ ਨਾ ਹੋਵੇ, ਉਸ ਨੂੰ ਕਹਿੰਦੇ ਨੇ ambiguous। Place for keeping birds, ਪੰਛੀਆਂ ਨੂੰ ਰੱਖਣ ਦੀ ਥਾਂ aviary। A place for the storage of weapons, weapons ਮੈਨੇ ਹਥਿਆਰ, ਹਥਿਆਰ ਸਟੋਰ ਕਰਨ ਦੀ ਥਾਂ ਨੂੰ ਕੀ ਕਹਿੰਦੇ ਨੇ? arsenal। To increase the gravity of a situation, ਕਿਸੇ ਵੀ situation ਦੀ ਗੰਭੀਰਤਾ ਨੂੰ ਵਧਾਉਣਾ, ਉਸ ਨੂੰ ਕਹਿੰਦੇ ਨੇ aggravate। gravity ਇੱਕ force ਵੀ ਹੈ, ਲੇਕਿਨ ਇੱਥੇ gravity ਦਾ meaning ਗੰਭੀਰਤਾ ਹੈ। The crime of setting things on fire, ਚੀਜ਼ਾਂ ਨੂੰ ਅੱਗ ਲਗਾਉਣ ਦਾ ਜੁਰਮ ਕਰਨਾ, ਮਤਲਬ ਆਪਣੀ ਮਰਜ਼ੀ ਨਾਲ ਤੁਸੀਂ ਅੱਗ ਲਗਾਓ, ਤਾਂ ਉਸ ਨੂੰ ਕਹਿੰਦੇ ਨੇ arson। A list of things to be discussed at meeting, ਮੀਟਿੰਗ ਵਿੱਚ ਡਿਸਕਸ ਕਰਨ ਵਾਲੀਆਂ ਚੀਜ਼ਾਂ ਦੀ ਜਦੋਂ ਆਪਾਂ ਲਿਸਟ ਬਣਾਉਂਦੇ ਹਾਂ, ਤਾਂ ਉਹਨਾਂ ਨੂੰ ਕੀ ਕਹਿੰਦੇ? ਉਸ ਲਿਸਟ ਨੂੰ ਕੀ ਕਹਿੰਦੇ ਆ? ਏਜੰਡਾ। State of growth between boyhood and youth, ਲੜਕਪਨ ਤੇ ਜਵਾਨੀ ਦੇ ਵਿੱਚ ਦੀ ਜਿਹੜੀ ਅਵਸਥਾ ਹੁੰਦੀ ਹੈ, ਉਸ ਨੂੰ ਕਹਿੰਦੇ ਨੇ, ਉਸ ਏਜ ਨੂੰ ਕੀ ਕਹਿੰਦੇ ਨੇ? adolescence। A carriage for the sick and wounded, ਬਿਮਾਰਾਂ ਨੂੰ ਤੇ ਜ਼ਖਮੀਆਂ ਨੂੰ ਲੈ ਕੇ ਜਾਣ ਵਾਸਤੇ ਜਿਹੜਾ ਵਾਹਨ use ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ? ਐਂਬੂਲੈਂਸ। Objects having life, ਅਜਿਹੇ objects ਜਿਨ੍ਹਾਂ ਵਿੱਚ ਜੀਵਨ ਹੁੰਦਾ ਹੈ, ਉਸ ਨੂੰ ਕਹਿੰਦੇ ਨੇ animate। A state where no government exists, ਅਜਿਹੀ state ਜਿੱਥੇ ਕੋਈ government ਨਹੀਂ ਹੁੰਦੀ, ਉਸ ਨੂੰ anarchy ਕਹਿੰਦੇ ਨੇ। Liable to be called to account, ਜਿਸ ਦੇ ਲਈ ਤੁਸੀਂ ਜਵਾਬਦੇਹ ਹੋਵੋ, ਉਸ ਨੂੰ ਕਹਿੰਦੇ ਨੇ accountable। An assembly of listeners, ਸੁਣਨ ਵਾਲਿਆਂ ਦਾ ਸਮੂਹ audience। ਇੱਥੇ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੀ ਚੀਜ਼ ਨੂੰ ਆਪਾਂ ਸੁਣਦੇ ਹਾਂ, ਸੁਣਨ ਵਾਲੇ ਹੁੰਦੇ ਹਨ, ਉਸ ਨੂੰ audience ਕਹਿੰਦੇ ਹਨ, ਪਰ ਜਿਹੜੇ ਦੇਖਣ ਵਾਲੇ ਹੁੰਦੇ ਹਨ, ਜਿਹੜੇ ਕਿਸੇ ਚੀਜ਼ ਨੂੰ ਆਪਾਂ ਦੇਖਦੇ ਹਾਂ, ਜਿਵੇਂ ਕੋਈ ਮੈਚ ਦੇਖਦੇ ਹਾਂ, ਤਾਂ ਆਪਾਂ spectator ਹਾਂ, we are not audience। A game or work done for pleasure, ਕੋਈ ਵੀ game ਜਾਂ ਕੰਮ ਜਿਹੜਾ ਕਿ pleasure ਵਾਸਤੇ, ਖੁਸ਼ੀ ਵਾਸਤੇ ਕੀਤਾ ਜਾਵੇ, ਉਸ ਨੂੰ ਕਹਿੰਦੇ ਨੇ amateur। ਇਹਦੇ 'ਚ amateur ਵੀ ਕਹਿ ਸਕਦੇ ਹੋ, amateur ਵੀ ਕਹਿ ਸਕਦੇ ਹੋ। ਇੰਡੀਅਨ ਪ੍ਰੋਨਾਂਸੀਏਸ਼ਨ 'ਚ ਇੱਥੇ ਟੀ ਨੂੰ ਚ ਨਾਲ ਪ੍ਰੋਨਾਊਂਸ ਕੀਤਾ ਜਾਂਦਾ ਹੈ, ਬ੍ਰਿਟਿਸ਼ ਪ੍ਰੋਨਾਂਸੀਏਸ਼ਨ 'ਚ ਇੱਥੇ ਟੀ ਨੂੰ ਟੈਂਕੇ ਨਾਲ ਪ੍ਰੋਨਾਊਂਸ ਕੀਤਾ ਜਾਂਦਾ ਹੈ, ਐਂਡ ਆਰ ਇਜ਼ ਆਲਮੋਸਟ ਸਾਇਲੈਂਟ ਹੀਅਰ। One who lives in a foreign country,
ਜਿਹੜਾ ਇੱਕ ਬਾਹਰਲੇ ਮੁਲਕ ਵਿੱਚ ਰਹਿੰਦਾ ਹੈ ਉਸਨੂੰ ਕਹਿੰਦੇ ਨੇ ਏਲੀਅਨ। ਗਵਰਨਮੈਂਟ ਬਾਏ ਦ ਆਫੀਸ਼ੀਅਲਸ, ਅਫਸਰਾਂ ਦੁਆਰਾ ਜਿਹੜੀ ਸਰਕਾਰ ਚਲਾਈ ਜਾਂਦੀ ਹੈ ਉਸਨੂੰ ਕਹਿੰਦੇ ਨੇ ਬਿਊਰੋਕ੍ਰੇਸੀ। ਮੈਰਿੰਗ ਟੂ ਵਾਈਵਸ ਔਰ ਹਸਬੈਂਡਸ, ਇੱਕ ਔਰਤ ਜਿਹੜੇ ਦੋ ਪਤੀਆਂ ਨਾਲ ਵਿਆਹ ਕਰਵਾਵੇ ਜਾਂ ਇੱਕ ਪਤੀ ਆਦਮੀ ਜਿਹੜਾ ਦੋ ਔਰਤਾਂ ਨਾਲ ਵਿਆਹ ਕਰਾਵੇ ਉਸਨੂੰ ਕਹਿੰਦੇ ਨੇ ਬਾਈਗੈਮੀ, ਮਤਲਬ ਦੋ ਵਾਰੀ ਸ਼ਾਦੀ ਕਰਨੀ, ਬਾਈ ਮੈਨੇ ਦੋ, ਬਾਈਗੈਮੀ। ਅ ਮੈਨ ਹੂ ਇਜ਼ ਨੋਟ ਮੈਰਿਡ, ਇੱਕ ਆਦਮੀ ਜਿਸ ਦੀ ਸ਼ਾਦੀ ਨਹੀਂ ਹੋਈ ਹੈ ਉਸਨੂੰ ਬੈਚਲਰ ਕਹਿੰਦੇ ਨੇ। that which can be broken easily, ਜਿਹੜਾ ਬੜੀ ਆਸਾਨੀ ਨਾਲ ਟੁੱਟ ਸਕਦਾ ਹੈ ਉਸਨੂੰ brittle ਕਹਿੰਦੇ ਨੇ, ਤੇ ਉਸਨੂੰ fragile ਵੀ ਤੁਸੀਂ ਕਹਿ ਸਕਦੇ ਹੋ, fragile, fragile। to speak ill of a person in his absence, ਕਿਸੇ ਦੀ absence ਵਿੱਚ ਉਸਦੇ ਬਾਰੇ ਕੋਈ ਵੀ ਉਸਦੀ ਬੁਰੀ ਗੱਲ ਕਰਨੀ ਉਸਨੂੰ ਕਹਿੰਦੇ ਨੇ backbite। a bunch of flowers, ਫੁੱਲਾਂ ਦਾ ਇੱਕ ਸਮੂਹ ਜਿਹੜਾ ਹੁੰਦਾ ਉਸਨੂੰ ਕਹਿੰਦੇ ਨੇ bouquet, and ਇੱਥੇ T silent ਹੈ, keep this in mind, bouquet। the science which deals with life, ਅਜਿਹਾ ਵਿਗਿਆਨ ਜਿਹੜਾ ਜੀਵਨ ਨਾਲ ਸੰਬੰਧਿਤ ਹੁੰਦਾ ਹੈ ਉਸਨੂੰ biology ਕਹਿੰਦੇ ਨੇ। a girl who is about to be married, ਇੱਕ ਲੜਕੀ ਜਿਸ ਦੀ ਸ਼ਾਦੀ ਹੋਣ ਵਾਲੀ ਹੁੰਦੀ ਹੈ ਉਸਨੂੰ bride ਕਹਿੰਦੇ ਨੇ। a boy who is going to be married, ਇੱਕ ਲੜਕਾ ਜਿਸ ਦੀ ਸ਼ਾਦੀ ਹੋਣ ਵਾਲੀ ਹੁੰਦੀ ਹੈ ਉਸਨੂੰ bridegroom ਕਹਿੰਦੇ ਨੇ। one who believes everybody, ਜਿਹੜਾ ਸਾਰਿਆਂ ਤੇ ਵਿਸ਼ਵਾਸ ਕਰ ਲੈਂਦਾ ਹੈ ਉਸਨੂੰ credulous ਕਹਿੰਦੇ ਨੇ। a place where you can buy drinks and simple meals, ਇੱਕ ਅਜਿਹੀ ਥਾਂ ਜਿੱਥੇ ਤੁਸੀਂ ਪੀਣ ਨੂੰ ਕੁਛ ਜਾਂ ਥੋੜਾ ਬਹੁਤ ਖਾਣ ਨੂੰ ਖਰੀਦ ਸਕਦੇ ਹੋ ਉਸਨੂੰ ਕੈਫੇ ਕਹਿੰਦੇ ਨੇ। a list of names of book, ਕਿਤਾਬਾਂ ਦੇ ਨਾਮ ਦੀ ਜਿਹੜੀ ਲਿਸਟ ਹੁੰਦੀ ਹੈ ਉਸਨੂੰ ਕੈਟਾਲੌਗ ਕਹਿੰਦੇ ਨੇ। a period of 100 years, 100 ਸਾਲ ਦੇ ਸਮੇਂ ਨੂੰ century ਕਹਿੰਦੇ ਨੇ। a piece of machinery used for mathematical calculation, ਇੱਕ ਮਸ਼ੀਨਰੀ ਜਿਹਦੇ ਨਾਲ ਤੁਸੀਂ ਮੈਥ ਦੀਆਂ ਕੈਲਕੂਲੇਸ਼ਨਸ ਕਰ ਸਕਦੇ ਹੋ, ਗਿਣਤੀ ਕਰ ਸਕਦੇ ਹੋ, ਗਣਨਾ ਕਰ ਸਕਦੇ ਹੋ, ਉਸਨੂੰ ਕੈਲਕੂਲੇਟਰ ਕਹਿੰਦੇ ਨੇ। the peak point of a story or a plot, ਕਿਸੇ ਵੀ ਕਹਾਣੀ ਦਾ ਜਾਂ ਕੋਈ ਪਲਾਟ ਦਾ, ਯਾਨੀ ਕਿ ਜਿਵੇਂ ਆਪਾਂ ਕੋਈ ਫਿਲਮ ਦੇਖਦੇ ਹਾਂ ਉਸਦਾ ਪੀਕ ਪੁਆਇੰਟ ਜਦੋਂ ਆ ਜਾਂਦਾ ਹੈ ਉਸਨੂੰ ਕਲਾਈਮੈਕਸ ਕਹਿੰਦੇ ਨੇ। ਆਲਮੋਸਟ ਆਪਾਂ ਕਹਿੰਦੇ ਹਾਂ ਵੀ ਹੁਣ ਸਟੋਰੀ ਦਾ ਕਲਾਈਮੈਕਸ ਆ ਗਿਆ ਹੈ। a place where dead are buried, ਇੱਕ ਅਜਿਹੀ ਥਾਂ ਜਿੱਥੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ ਉਸਨੂੰ cemetery ਕਹਿੰਦੇ ਨੇ। the art of beautiful writing, ਸੁੰਦਰ ਲਿਖਾਈ ਦੀ ਜਿਹੜੀ ਕਲਾ ਹੁੰਦੀ ਹੈ ਉਸਨੂੰ ਕੀ ਕਹਿੰਦੇ ਨੇ calligraphy। So this was all about one word substitution. Thank you.